ਧੰਨ ਵਾਹਿਗੁਰੂ ਸਾਹਿਬ ਜੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਧੰਨ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਗੁਰਮਤਿ ਦੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਲਈਏ। ਬੜੇ ਪਿਆਰ ਸਹਿਤ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੇ ਕਾਰਨ ਕਰਕੇ ਇਸ ਮਨੁੱਖਾ ਜੀਵਨ ਨੂੰ ਸਵਾਰਨ ਵਾਸਤੇ, ਇਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨਗੀ ਦਿਵਾਉਣ ਵਾਸਤੇ ਗੁਰੂ ਨੇ ਬੜੀ ਰਹਿਮਤ ਇਸ ਮਨੁੱਖ ਤੇ ਕੀਤੀ ਹੈ। ਬੜੇ ਵੱਡੇ ਉੱਚੇ ਜੀਵਨ ਵਾਲੇ, ਬੰਦਗੀ ਵਾਲੇ ਰੱਬ ਨੇ ਇਸ ਸੰਸਾਰ ਵਿੱਚ ਬੰਦਗੀ ਕਰਨ ਵਾਲੇ ਮਹਾਂਪੁਰਸ਼ ਭਗਤਾਂ ਦੇ ਰੂਪ ਵਿੱਚ, ਸਿੱਖਾਂ ਦੇ ਰੂਪ ਵਿੱਚ ਪੈਦਾ ਕੀਤੇ ਨੇ, ਜਿਨ੍ਹਾਂ ਨੇ ਧਰਮ ਗ੍ਰੰਥ ਵੀ ਮਨੁੱਖ ਨੂੰ ਆਪਣੇ ਜੀਵਨ ਨੂੰ ਖੋਜਦਿਆਂ ਲਿਖ ਕੇ ਦੇ ਦਿੱਤੇ ਨੇ ਕਿ ਰੱਬ ਦੀ ਪ੍ਰਾਪਤੀ ਕਿਵੇਂ ਹੋਵੇਗੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਧਰਮ ਗ੍ਰੰਥਾਂ ਦੀ ਗੱਲ ਹੈ। ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਪਰ ਕਰਨ ਚੱਲ ਰਿਹਾ ਹੈ ਆਪ ਜੀਆਂ ਦੀ ਸੇਵਾ ਵਿੱਚ ਦਾਸਰੇ ਵੱਲੋਂ ਨਿਮਾਣਾ ਜਾਂ ਯਤਨ ਹੈ। ਜ਼ਰੂਰ ਸਰਵਣ ਕਰਿਓ, ਵਿਚਾਰ ਕਰਿਓ। ਕਿਤੇ ਦਾਸ ਭੁੱਲਦਾ ਹੋਵੇ ਨਾ, ਜਿਵੇਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ ਇਹ ਕਈ ਥਾਵਾਂ ਤੇ ਬਚਨ ਕਰਦੇ ਹੈ ਕਿ ਜੇ ਭੁੱਲਾਂ ਤੇ ਦੱਸ ਦੇਣਾ। ਆਪ ਗਿਆਨੀ ਸੰਤ ਸਿੰਘ ਮਸਕੀਨ ਵਰਗਿਆਂ ਨੂੰ, ਮਹਾਨ ਵਿਦਵਾਨਾਂ ਨੂੰ ਸਰਵਣ ਕਰਦੇ ਜੀ। ਕਈ ਵਾਰ ਉਹ ਵੀ ਕਹਿੰਦੇ ਨੇ ਮੈਂ ਬਹੁਤਾ ਕੁਛ ਤਾਂ ਨਹੀਂ ਜਾਣਦਾ, ਪਰ ਜਿੰਨਾ ਕੁ ਜਾਣਦਾ ਉਹਨਾਂ ਕੁ ਤੁਹਾਡੇ ਨਾਲ ਸਾਂਝ ਦੇ ਰੂਪ ਵਿੱਚ ਜ਼ਰੂਰ ਪੇਸ਼ ਕਰਾਂਗਾ। ਦੱਸਿਓ ਜ਼ਰੂਰ ਮੈਨੂੰ ਵੀ। ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਇੱਕ ਕੂਕਰ ਹਾਂ। ਹਮ ਕੂਕਰ ਤੇਰੇ ਦਰਬਾਰ, ਤੇਰੇ ਦਰ ਦੇ ਅਸੀਂ ਕੁੱਤੇ ਹਾਂ, ਜਿਹੜੇ ਤੇਰੇ ਦਰ ਦੀ ਵਡਿਆਈ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਕੂਕਰ ਦੇ ਪਰਥਾਏ ਆਉਂਦੇ ਨੇ। ਇਤੇ ਕੂਕਰ ਹੋਂ ਬਿਗਾਨਾ, ਭੌਂਕਾਂ ਇਸ ਤਨ ਤਾਈਂ। ਬਾਲਿਆਂ ਜਾਦਿਆਂ ਕੁੱਤਿਆਂ ਦਾ ਕਿਸੇ ਦੂਸਰੇ ਮਹੱਲੇ ਦੇ ਕੁੱਤੇ ਨੂੰ ਘੇਰਾ ਪੈ ਜਾਵੇ ਤੇ ਉਹ ਵੀ ਅੱਗੋਂ ਆਪਣੀ ਆਵਾਜ਼ ਵਿੱਚ ਭੌਂਕਦਾ ਹੈ, ਆਪਦੇ ਬਚਾਅ ਵਿੱਚ ਭੌਂਕਦਾ ਹੈ। ਉਹ ਵੱਢਦਾ ਨਹੀਂ ਕਿਸੇ ਨੂੰ, ਬਚਾਅ ਵਿੱਚ।
ਦਾਬਾ ਮਾਰਦਾ ਹੈ। ਪਾਤਸ਼ਾਹ ਕਹਿੰਦੇ ਨੇ ਮੈਂ ਵੀ ਇਸ ਸੰਸਾਰ ਦੇ ਬਹੁਤੇ ਵਕਾਰੀ ਟੁੱਟੇ ਹੋਏ ਲੋਕਾਂ ਦੇ ਘੇਰੇ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਆ, ਜੋ ਮੈਂ ਵੀ ਭੌਂਕਾਂ ਇਸ ਤਨ ਤਾਈ ਮੈਂ ਵੀ ਇਹ ਭੌਂਕਦਾ। ਮਾਫ ਕਰਿਓ, ਹੋ ਸਕਦਾ ਕਿਸੇ ਦੀ ਕੋਈ ਸਮਝ, ਕਿਸੇ ਦਾ ਗਿਆਨ ਹੋਰ ਤਰ੍ਹਾਂ ਦਾ ਹੋਵੇ। ਆਪ ਆਪਣੀ ਬੁੱਧ ਹੈ ਜੀਤੀ, ਮੇਰੀ ਅਕਲ ਤਾਂ ਇੰਨੀ ਕੀ ਜਿੰਨੀ ਕਿ ਤੁਹਾਡੇ ਸਾਹਮਣੇ ਹੈ। ਮਾਫ ਕਰਿਓ। ਚੁੰਚ ਗਿਆਨ ਦਾ ਪ੍ਰਗਟਾਵਾ ਜਿਹੜੇ ਲੋਕ ਕਰਦੇ ਨੇ, ਉਹਨਾਂ ਤੋਂ ਕਬੀਰ ਸਾਹਿਬ ਨੇ ਕਿਹਾ ਕਿ ਡਰੀਏ ਤੇ ਅੱਗੇ ਲੱਗ ਕੇ ਭੱਜ ਜਾਈਏ, ਉਹਨਾਂ ਅੱਗੇ ਕੋਈ ਪੇਚਕਸ਼ ਨਹੀਂ, ਉਹਨਾਂ ਤੋਂ ਡਰ ਜਾਈਏ। ਜੋ ਪ੍ਰਭ ਕੀਏ ਭਗਤ ਤੇ ਬਾਝ, ਤਿੰਨ ਤੇ ਸਦਾ ਡਰਾਨੇ ਰਹੀਏ, ਉਹਨਾਂ ਤੋਂ ਡਰਦੇ ਰਹੀਏ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸ਼ਬਦ ਕਰ ਲਈਏ। ਇਹ ਵਿਚਾਰ ਉਸ ਲੜੀ ਨੂੰ ਜੋੜਨ ਵਾਸਤੇ ਹੈ ਜੋ ਆਪ ਜੀਆਂ ਦੀ ਸੇਵਾ ਵਿੱਚ ਦੱਸ ਰਹੇ ਨੇ। ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਹੈ ਇਹਨਾਂ ਪੰਕਤੀਆਂ ਦਾ, ਪਰ ਕਰਨ ਹੈ ਇਹ ਵਿਚਾਰ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਹ ਵਿਚਾਰ ਰਹੋ ਵਿਚਾਰ। ਮਾਲਕ ਦੀ ਵਡਿਆਈ ਕਰਦਿਆਂ, ਮਾਲਕ ਦੀ ਵਡਿਆਈ ਦੀ ਪ੍ਰਵਾਨਗੀ ਲੈਣ ਵਾਸਤੇ ਸਾਨੂੰ ਗੁਰੂ ਦੇ ਦਰ ਤੇ ਪੇਸ਼ ਹੋਣਾ ਪੈਂਦਾ। ਗੁਰਦੁਆਰਾ ਇੱਕ ਸਿੱਖਾਂ ਦੀ ਅਦਾਲਤ ਹੈ। ਅਕਾਲ ਤਖਤ ਸਾਹਿਬ ਸਿੱਖਾਂ ਦੀ ਅਦਾਲਤ ਹੈ, ਜਿੱਥੋਂ ਸਿੱਖਾਂ ਨੂੰ ਇਨਸਾਫ ਮਿਲਦਾ ਹੈ, ਮਿਲਦਾ ਸੀ ਤੇ ਮਿਲੇਗਾ ਵੀ। ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਫਾਰਸੀ ਦਾ ਲਫ਼ਜ਼ ਵਿਦਵਾਨਾਂ ਵੱਲੋਂ ਬੋਲਿਆ ਗਿਆ ਹੈ, ਆਪ ਨਾਲ ਸਾਂਝਾ ਕਰੀਏ। ਅਦਾਲਤਾਂ ਦੁਨੀਆ ਦੀਆਂ ਬਣੀਆਂ ਨੇ ਅਦਲ ਨੂੰ ਪੇਸ਼ ਕਰਨ ਵਾਸਤੇ। ਇਨਸਾਫ, ਅਦਲ ਦਾ ਨਾਮ ਇਨਸਾਫ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਦੁਨੀਆ ਦੀ ਕਿਸੇ ਵੀ ਅਦਾਲਤ ਵਿੱਚੋਂ ਸਾਰਿਆਂ ਨੂੰ ਇਨਸਾਫ ਨਹੀਂ ਮਿਲਦਾ, ਬਹੁਤ ਘੱਟ ਮਿਲਦਾ ਹੈ। ਪਰ ਗੁਰੂ ਦੇ ਦਰ ਤੋਂ ਇਨਸਾਫ ਸਭ ਨੂੰ ਮਿਲਦਾ ਹੈ। ਜਿਹਾ ਬੀਜੈ ਸੋ ਲੁੜੈ, ਕਰਮਾ ਸੰਧੜਾ ਖੇਤ। ਸੱਚ ਨੂੰ ਸੱਚ, ਜਿਹਨੇ ਸੱਚ ਕਮਾਇਆ ਉਹਨੂੰ ਸੱਚ ਦਾ ਹਿੱਸਾ ਮਿਲਦਾ, ਜਿਹਨੂੰ ਝੂਠ ਕਮਾਇਆ ਉਹਨੂੰ ਸੱਚ ਦਾ ਤੋਂ ਦੂਰ ਕੀਤਾ ਜਾਂਦਾ ਹੈ, ਸੱਚ ਦੇ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਤਾਈਓ ਪਾਤਸ਼ਾਹ ਜੀ ਦੇ ਬਚਨ ਨੇ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹਉਮੈ ਜਾਏ ਸ਼ਬਦ ਕਰ ਲਈਏ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਗੱਲ ਕਰਮਾਂ ਦੀ ਕਰ ਰਹੇ ਸੀ ਪਿਛਲੀ ਵਿਚਾਰ ਵਿੱਚ। ਆਪਾਂ ਜ਼ਿਕਰ ਮਹਾਤਮਾ ਬੁੱਧ ਦਾ ਵੀ ਕੀਤਾ ਸੀ। ਮਹਾਤਮਾ ਬੁੱਧ ਨੇ ਵੀ ਮਾਲਕ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਹੜੇ ਅਸੀਂ ਅਨੇਕ ਸ਼ਬਦ ਪੜ੍ਹਦੇ ਹਾਂ, ਉੱਥੇ ਖੇਡ ਕਰਮਾ ਸੰਧੜਾ ਖੇਤ ਦੀ ਗੱਲ ਕੀਤੀ ਹੈ ਕਿ ਤੂੰ ਕਰਮ ਸਵਾਰ ਆਪਣੇ, ਪਰਮਾਤਮਾ ਤੇਰੇ ਨੇੜੇ ਤੇਰੇ ਅੰਦਰ ਵਸੇਗਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਹੋ ਜਿਹਾ ਸੋਹਣਾ ਜੀਵਨ ਬਣਾ, ਗੰਗਾ ਦੇ ਜਲ ਵਾਂਗੂ ਤੇਰਾ ਜੀਵਨ ਸਾਫ਼ ਹੋ ਜਾਵੇ। ਪਵਿੱਤਰ ਨਦੀਆਂ, ਜਿੱਥੇ ਦੇਵਤਿਆਂ, ਦੇਵੀਆਂ, ਰਿਸ਼ੀਆਂ, ਮੁਨੀਆਂ ਦੇ ਇਕੱਠ ਹੁੰਦੇ ਸੀ, ਮਾਨਤਾ ਪ੍ਰਾਪਤ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ। ਉਹਨਾਂ ਨਦੀਆਂ ਵਰਗਾ ਸੋਹਣਾ ਜੀਵਨ ਬਣਾ, ਜਿਵੇਂ ਨਦੀਆਂ ਦੇ ਵਿੱਚ ਅਨੇਕ ਜੀਵ ਜੰਤੂ ਪੈਦਾ ਹੁੰਦੇ, ਸੁੱਖ ਮਾਣਦੇ ਹੈ। ਨਦੀਆਂ ਦੇ ਕਿਨਾਰੇ ਰਹਿਣ ਵਾਲੇ ਵੀ ਸੁਖੀ ਹੁੰਦੇ ਨੇ। ਤੂੰ ਵੀ ਇੱਕ ਨਦੀ ਵਰਗਾ ਸੋਹਣਾ ਜੀਵਨ ਬਣਾ ਲੈ, ਆਪ ਵੀ ਸੁਖੀ, ਤੇਰੇ ਨੇੜੇ ਜਿਹੜਾ ਆਵੇ ਉਹ ਵੀ ਸੁਖੀ। ਮਹਾਤਮਾ ਬੁੱਧ ਨੇ ਵੀ ਆਪਣੇ
ਭਿਕਸ਼ੂਆਂ ਨੂੰ ਕਿਹਾ ਸੀ ਕਰਮ ਸੁਧਾਰੋ, ਪਰ ਬ੍ਰਾਹਮਣ ਨੇ ਨਹੀਂ ਮੰਨਿਆ। ਮਨੁੱਖ ਆਪਣੇ ਕਰਮਾਂ ਦੇ ਕਾਰਨ ਕਰਕੇ ਹੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਕਰਮਾਂ ਦਾ ਕਾਰਨ ਕਰਕੇ ਹੀ ਦੁਖੀ ਹੈ। ਹੋਰ ਸਭ ਸੰਸਾਰ ਦੇ ਅੰਦਰ ਜਿੰਨੇ ਵੀ ਜੀਵ ਨੇ, ਜਿਨ੍ਹਾਂ ਨੂੰ ਮਨੁੱਖ ਦੀ ਸੰਗਤ ਨਹੀਂ ਮਿਲੀ, ਉਹ ਸਾਰੇ ਸੁਖੀ ਨੇ। ਜਿਸ ਨੂੰ ਮਨੁੱਖ ਦੀ ਸੰਗਤ ਮਿਲੀ ਹੈ, ਮਨੁੱਖ ਨੇ ਉਸ ਨੂੰ ਕੈਦ ਕੀਤਾ ਹੈ। ਮਨੁੱਖ ਆਪ ਦੁਖੀ ਹੈ, ਤੇ ਜਿਹੜੇ ਪਸ਼ੂ ਡੰਗਰ ਨੇ, ਦਰਵੇਸ਼ ਕੁੱਤੇ ਨੇ, ਹੋਰ ਪੰਛੀ ਨੇ, ਮਨੁੱਖ ਨੇ ਆਪਣੀ ਕੈਦ ਵਿੱਚ ਰੱਖ ਕੇ ਉਹਨਾਂ ਨੂੰ ਦੁਖੀ ਕੀਤਾ ਹੈ। ਬਾਕੀ ਜਿੰਨੇ ਮਨੁੱਖ ਤੋਂ ਯਾਦ ਨੇ, ਸਾਰੇ ਸੁਖੀ ਨੇ। ਸਮਝ ਵਿੱਚ ਥੋੜਾ ਜਿਹਾ ਸਪੈਸ਼ ਸਾਹ ਲਿਆ, ਆਪ ਸੋਚ ਗਏ, ਵਾਕਿਆ ਅਸੀਂ ਮਨੁੱਖ ਹਾਂ, ਅਸੀਂ ਆਪ ਦੁਖੀ ਹਾਂ। ਕਿਉਂ? ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਜੋ ਮਨੁੱਖ ਦੇ ਨਾਲ ਜੁੜਿਆ ਉਹ ਦੁਖੀ ਹੋਇਆ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਦੇ ਵਿੱਚ ਮਨੁੱਖ ਦਾ ਜੀਵਨ ਹੀ ਅੱਗੇ ਰੱਖਿਆ ਗਿਆ ਹੈ। ਜੀਵਨ ਨੂੰ ਇਸ ਮਨੁੱਖੇ ਜੀਵਨ ਨੂੰ ਸਰਦਾਰੀ ਗੁਰੂ ਦੇ ਬਾਣੀ ਦੇ ਰਾਹੀਂ ਮਿਲਦੀ ਨਜ਼ਰ ਆਉਂਦੀ ਹੈ। 184 ਜੋਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਵਡਿਆਈ ਤੋਂ ਚੁੱਕਿਆ ਗਿਆ ਮਨੁੱਖ ਉੱਠ ਭੱਜਾ। ਇਸ ਵਡਿਆਈ ਨੂੰ ਮਨੁੱਖ ਨੇ ਪ੍ਰਾਪਤ ਤਾਂ ਕਰ ਲਿਆ, ਮਨੁੱਖਾ ਜੀਵਨ ਲੈ ਕੇ ਸਰਦਾਰੀਆਂ ਕਾਇਮ ਕਰ ਲਈਆਂ, ਪਰ ਹੰਡਾਇਆ ਨਹੀਂ। ਮਨੁੱਖ ਆਪ ਦੁਖੀ ਹੋਇਆ ਹੈ। ਇਹਦੇ ਨਾਲ ਜਿਹੜੇ ਲੋਕ ਜੁੜੇ ਨੇ, ਹੋਰ ਪਸ਼ੂ ਪੰਛੀ ਜੁੜੇ ਨੇ, ਉਹ ਦੁਖੀ ਹੋਏ ਨੇ। ਕਿਉਂ? ਇਹ ਪਰਮੇਸ਼ਰ ਦੇ ਰਸਤੇ ਤੋਂ ਭੁੱਲਾ ਹੈ, ਇਹ ਝੂਠ ਦੇ ਰਸਤੇ ਤੁਰ ਪਿਆ ਹੈ। ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਸਿੱਖਾ ਤੇਰਾ ਗੁਰੂ ਦੂਸਰੇ ਧਰਮ ਦੇ ਉਹਨਾਂ ਵਿਦਵਾਨ ਪੰਡਤਾਂ ਨੂੰ, ਰੱਬ ਦਾ ਰਾਹ ਦੱਸਣ ਵਾਲਿਆਂ ਨੂੰ ਜਾ ਕੇ ਕਹਿੰਦੇ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਪੂਖਣ ਸਾਰੰ। ਧਰਮ ਗ੍ਰੰਥ ਪੜ੍ਹਨ ਵਾਲਿਓ, ਧਰਮ ਚਿੰਨ੍ਹ ਪਾਉਣ ਵਾਲਿਓ, ਸੱਚ ਦਾ ਵਰਕ ਲਾ ਕੇ, ਸੱਚ ਦੇ ਗਹਿਣੇ ਪਵਾ ਕੇ, ਝੂਠ ਨੂੰ ਧਰਮ ਸਥਾਨਾਂ ਤੇ ਬੈਠ ਕੇ ਧਰਮ ਦੇ ਨਾਂ ਤੇ ਪੇਸ਼ ਕਰਦੇ ਹੋ। ਝੂਠ ਨੂੰ ਲਚਕਾ ਕੇ ਸੋਨੇ ਚਾਂਦੀ ਵਾਂਗੂ ਝੂਠ ਮਾਰਦੇ ਹੋ, ਕੇਵਲ ਪੇਟ ਦੀ ਪੂਰਤੀ ਵਾਸਤੇ। ਗੁਰੂ ਸਾਹਿਬ ਜੀ ਤੇ ਬਚਨ ਕਰਦੇ ਨੇ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ। ਸਿਰਜਣਹਾਰ ਤੂੰ ਕਿਉਂ ਡੋਲਦਾ ਹੈ? ਕਿਉਂ ਝੂਠ ਮਾਰਦਾ ਹੈ? ਕਿਉਂ ਸਿਰ ਪਕੜ ਕੇ ਬੈਠਾ ਹੋਇਆ ਹੈ? ਕਿਉਂ ਹੌਸਲਾ ਛੱਡੀ ਬੈਠਾ ਹੈ? ਕਿਸੇ ਨਾ ਕਿਸੇ ਬੰਨਿਓ ਪ੍ਰਮਾਤਮਾ ਨੇ ਤੇਰਾ ਉਪਜੀਵਕਾ ਦਾ ਸਹਾਰਾ ਬਣਾ ਦੇਣਾ ਹੈ। ਕਿਤਿਓਂ ਨਾ ਕਿਤਿਓਂ ਤੈਨੂੰ ਕੋਈ ਗੱਫਾ ਮਿਲ ਜਾਵੇਗਾ, ਤੂੰ ਹੈਰਾਨ ਹੋ ਜਾਵੇਂਗਾ ਕਿ ਵਾਹਿਗੁਰੂ ਨੇ ਕੀ ਕੀਤਾ ਹੈ। ਉੱਥੇ ਤੂੰ ਫਿਰ ਇਹ ਪੰਗਤੀਆਂ ਜ਼ਰੂਰ ਪੜ੍ਹੇਗਾ ਕਿ ਮੇਰਾ ਬਾਪੂ ਗੁਰਦੇਵ ਤਾਂ ਪਹਿਲਾਂ ਹੀ ਕਹਿ ਗਿਆ ਸੀ, ਮੈਂ ਬਾਣੀ ਨੂੰ ਪੜ੍ਹਦਾ ਵੀ ਸੀ ਪਰ ਭਰੋਸਾ ਨਹੀਂ ਰੱਖਿਆ, ਮੈਂ ਡੋਲ ਗਿਆ ਸੀ। ਵਾਹਿਗੁਰੂ ਮੈਨੂੰ ਮਾਫ ਕਰੋ। ਤਾਂ ਫਿਰ ਮਾਫੀਆਂ ਮੰਗੇਗਾ। ਜਦੋਂ ਉਪਜੀਵਕਾ ਦਾ ਗੁਰੂ ਨੇ ਕਿਸੇ ਬੰਨਿਓ ਪ੍ਰਬੰਧ ਕਰ ਦਿੱਤਾ। ਪਾਖਨ ਕੀਟ ਗੁਪਤ ਹੋਏ ਰਹਤਾ, ਤਾਂ ਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਦੁਰਾਏ। ਜਿਸ ਪੱਥਰ ਵਿੱਚ ਕੋਈ ਰਸਤਾ ਨਹੀਂ, ਉੱਥੇ ਉਹ ਪੱਥਰ ਦੇ ਵਿੱਚ ਰਹਿੰਦਿਆਂ ਕੀੜਿਆਂ ਨੂੰ ਵੀ ਦਿੰਦਾ ਹੈ, ਧੰਨਿਆ ਤੂੰ ਨਾ ਡੋਲ। ਸੁਨੇਹਾ ਸਾਨੂੰ ਹੈ, ਝੂਠ ਬੋਲਣ ਵਾਲਿਆਂ ਨੂੰ। ਧਰਮ ਸਥਾਨਾਂ ਤੇ ਬੈਠ ਕੇ ਧਰਮ ਦਾ ਮਖੌਟਾ ਪਾ ਕੇ ਲੱਖ ਚੋਰੀਆਂ, ਲੱਖ ਯਾਰੀਆਂ, ਲੱਖ ਕੂੜੀਆਂ, ਲੱਖ ਗਾਲ, ਆਹ ਕੰਮ ਕਰਨ ਵਾਲਿਆਂ ਨੂੰ
ਲੱਖ ਠੱਗੀਆਂ ਪਹਿਨਾਮੀਆਂ ਪੜ੍ਹਿਆ ਕਰੋ। ਰਾਤ ਦਿਨ ਸਜੀ ਨਾਲ ਪੜ੍ਹਿਆ ਕਰੀਏ, ਉਹ ਪ੍ਰਬੰਧ ਕਰੇਗਾ। ਝੂਠ ਨਾ ਬੋਲ, ਪਾਂਡੇ ਸੱਚ ਕਹੀਏ। ਮਨੁੱਖਾ, ਤੂੰ ਆਪਣੇ ਮਾੜੇ ਕਰਮਾਂ ਦਾ ਕਾਰਨ ਕਰਕੇ ਇਹਨਾਂ ਨੂੰ ਸੁਧਾਰਨਾ ਸੀ, ਸੁਖੀ ਹੋਣਾ ਸੀ। ਤੂੰ ਵਿਗਾੜਿਆ ਜੀਵਨ ਨੂੰ, ਤੂੰ ਦੁਖੀ ਹੈ। ਬਾਕੀ ਸਭ ਸੰਸਾਰ ਦੇ ਜਿੰਨੇ ਵੀ ਹੋਰ ਜੀਅ ਨੇ, ਮਨੁੱਖਾ ਦੇਹ ਤੋਂ ਬਾਹਰ, ਉਹ ਸਾਰੇ ਸੁਖੀ ਨੇ। ਪਰ ਜਿਹੜੇ ਤੂੰ ਪਕੜ ਲਏ ਨੇ, ਜਿਨ੍ਹਾਂ ਨੂੰ ਤੂੰ ਕੈਦ ਕਰ ਲਿਆ, ਜਿਹੜੇ ਤੇਰੇ ਨਾਲ ਜੁੜ ਗਏ ਨੇ, ਜਿਨ੍ਹਾਂ ਨੇ ਤੇਰੇ ਦਰ ਦਾ ਆਸਰਾ ਤੱਕ ਲਿਆ, ਉਹ ਸਾਰੇ ਦੁਖੀ ਹੋ ਗਏ ਨੇ। ਤੂੰ ਤਾਂ ਦੁਖੀ ਸਾਂ, ਤੇਰੇ ਨਾਲ ਜੁੜਨ ਵਾਲੇ ਵੀ ਦੁਖੀ ਹੋ ਗਏ ਨੇ। ਕਿਉਂ? ਤੂੰ ਝੂਠ ਬੋਲਦਾ। ਸਿੱਖਾ, ਤੂੰ ਝੂਠ ਬੋਲਦਾ ਹੈ, ਤੂੰ ਝੂਠ ਬੋਲਦਾ ਹੈ। ਝੂਠ ਨਾ ਬੋਲ, ਪਾਂਡੇ ਸੱਚ ਕਹੀਏ। ਸੱਚ ਬੋਲਿਆ ਕਰ, ਉਹ ਸੱਚ ਸਦਾ ਨਾਲ ਰਹਿਣ ਵਾਲਾ ਹੀ, ਉਹ ਸੱਚ ਤੇਰੇ ਨਾਲ ਚੱਲੇਗਾ। ਸੱਚ ਤੈਨੂੰ ਬਾਹਾਂ ਪਕੜ ਕੇ ਉਸ ਦਰ ਤੇ ਪ੍ਰਵਾਨਗੀ ਦੇ ਦੇਵੇਗਾ, ਜਿੱਥੇ ਮੁੜ ਕੇ ਕਦੇ ਤੇਰਾ ਜੰਮਣਾ ਨਹੀਂ ਹੋਵੇਗਾ, ਤੇ ਫਿਰ ਮਰੇਗਾ ਵੀ ਨਹੀਂ। ਤੇਰਾ ਜੰਮਣਾ ਪਹਿਲਾਂ ਤੇ ਮਰਨਾ ਫਿਰ ਉਦੋਂ ਬਾਅਦ ਹੋ ਜਾਂਦਾ ਹੈ। ਤੇਰੇ ਕਰਮਾਂ 'ਚ ਸਮਾਂ ਮੁਕਰਰ ਕੀਤਾ ਜਾਂਦਾ ਹੈ। ਪਹਿਲਾਂ ਜੰਮਣ ਤੋਂ ਛਟਕਾਰਾ ਪਾ, ਇਹ ਪੈਣਾ ਹੀ। ਝੂਠ ਨਾ ਬੋਲ, ਝੂਠ ਨਾ ਬੋਲ, ਪਾਂਡੇ ਸੱਚ ਕਹੀਏ। ਝੂਠ ਛੱਡ ਦੇ, ਤੇਰਾ ਜੰਮਣਾ ਖਤਮ ਹੋ ਜਾਵੇਗਾ। ਫਿਰ ਤੂੰ ਪਰਮੇਸ਼ਰ ਵਿੱਚ ਭੇਦ ਹੋ ਜਾਵੇਂਗਾ। ਜਦੋਂ ਤੂੰ ਸੱਚ ਦਾ ਆਸਰਾ ਤੱਕਿਆ, ਉਹ ਸੱਚ ਪਹਿਲਾਂ ਵੀ ਸੀ, ਹੁਣ ਵੀ ਹੈ, ਇਦੋਂ ਬਾਅਦ ਵੀ ਸੱਚ ਸਦਾ ਅਟਲ ਰਹੇਗਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਬਸ ਆ ਸੱਚ ਨੂੰ ਧਾਰਨ ਕਰ ਲਾ, ਤੂੰ ਸੁਖੀ ਹੋਵੇਂਗਾ। ਫਿਰ ਜਿਹੜੇ ਹੋਰ ਜੀਵ ਤੇਰੇ ਨਾਲ ਜੁੜਨਗੇ, ਉਹ ਵੀ ਸੁਖੀ ਹੋਣਗੇ। ਜੀਵਨ ਸਵਾਰਨਾ ਤੇ ਇੱਕ ਚੀਜ਼ ਛੱਡ ਦੇ, ਜਿਹੜੀ ਛੱਡੇਗਾ ਉਹਦੇ ਥਾਂ ਤੇ ਸੱਚ ਨੂੰ ਧਾਰਨ ਕਰ ਲਾ। ਛੱਡ ਦੇ ਝੂਠ, ਜੀਵਨ ਵਿੱਚ ਸੱਚ ਬੋਲਣਾ ਸ਼ੁਰੂ ਕਰ ਦੇ। ਬੇਅੰਤ ਭੁੱਲਾਂ ਦੀ ਮੁਆਫੀ, ਗੁਰੂ ਕਿਰਪਾ ਕਰੇ ਆਪ ਸਾਰੇ ਸੁਖੀ ਵਸੋਂ। ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੇ ਸਭ ਸਿਓ ਮੇਲ। ਬੇਅੰਤ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।